ਸਰ ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ, ਸ਼ੁਕਰ ਹੈ ਮਾਲਕ ਦੀ ਰਾਤ ਦਾ, ਬੜਾ ਹੀ ਕਰਮ ਹੈ ਮਾਲਕ ਦਾ। ਸਰ ਤੁਸੀਂ ਵੀ ਠੀਕ ਹੋ? ਠੀਕ ਅੱਲਾ ਦਾ ਬੜਾ ਕਰਮ, ਸ਼ੁਕਰ। ਸਰ ਪਹਿਲਾਂ ਮੈਂ ਚਾਹਾਂਗਾ ਕਿ ਦੋਏ ਮੁਅੱਜ਼ਜ਼ ਬਜ਼ੁਰਗ ਸਾਨੂੰ ਆਪਣਾ ਆਪਣਾ ਤਾਰਫ ਕਰਵਾ ਦਿਓ। ਤੁਹਾਡਾ ਇਸਮੇ ਗ੍ਰਾਮੀ? ਜੀ ਗੁਲਾਮ ਨਬੀ ਨਾਮ ਹੈ, ਜ਼ਿਲ੍ਹਾ ਗੁਜਰਾਤ, ਥਾਣਾ ਕੜੀਆਂ ਜੀ। ਤੁਸੀਂ ਸਰ? ਪਿੰਡ ਮਾਲਵਾ, ਤਹਿਸੀਲ ਸੰਭੜਿਆਲ ਤੋਂ ਜੀ। ਥਾਣਾ ਬੇਗੋਵਾਲਾ ਤੇ ਪੀਰਕੋਟ ਪਿੰਡ ਮੇਰਾ ਜੀ। ਇੱਥੇ ਬੈਠਿਆ ਡੇਰਾ ਆਪਣੇ ਜੀ। ਅੱਜ ਤੁਸੀਂ ਗੱਲਾਂ ਮੁੱਕਦੀਆਂ ਮੁਕਾਣੀਆਂ ਨੇ। ਜੀ ਜੀ ਠੀਕ। ਪੂਰੇ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਜਾਨਵਰਾਂ ਦੇ ਹਵਾਲੇ ਨਾਲ ਬੜੇ ਸਾਰੇ ਮਸਲੇ ਨੇ। ਅਸੀਂ ਟੋਟਕੇ ਸ਼ੇਅਰ ਕਰਦੇ ਰਹਿੰਦੇ ਹਾਂ, ਲੇਕਿਨ ਤੁਹਾਡਾ ਤਜਰਬਾ ਬੜਾ ਚੌਖਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਗੁਫ਼ਤਗੂ ਸਾਡੇ ਵਾਸਤੇ, ਤੁਹਾਡੇ ਵਾਸਤੇ ਸਦਕਾ ਜਾਰੀਆ ਬਣ ਜੇ। ਤੁਹਾਡੀ ਗੁਫ਼ਤਗੂ ਸੁਣ ਕੇ ਅਗਰ ਕਿਸੇ ਕਿਸਾਨ ਵੀਰ ਦਾ ਭਲਾ ਹੋਏ ਤੇ ਸਾਡੀ ਖੁਸ਼ਬਖਤੀ ਹੈ। ਇਹ ਦੱਸੋ ਕਿ ਮੱਝਾਂ ਨੂੰ ਪਾਕਿਸਤਾਨ ਦੇ ਵਿੱਚ ਆਮ ਤੌਰ ਤੇ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ? ਜੀ ਮੱਝਾਂ ਨੂੰ ਤੇ ਇੱਕ ਤੇ ਪਿੱਛੇ ਦੀ ਬਿਮਾਰੀ ਵੀ ਹੁੰਦੀ ਹੈ ਜੀ ਜੀ। ਇੱਕ ਥਣਾ ਨੂੰ ਸਾੜੂ ਪੈ ਜਾਂਦਾ ਜੀ। ਅਸੀਂ ਇਹਨੇ ਅਟੈਕ ਹੋ ਗਿਆ। ਠੀਕ। ਉਹਦੇ ਵਾਸਤੇ ਵੀ ਡਾਕਟਰਾਂ ਨਾਲ ਮਸ਼ਵਰਾ ਕਰਨੇ ਆ। ਕੋਈ ਸਾਡੇ ਬਜ਼ੁਰਗ ਨੇ ਦੇਸੀ ਟੋਟਕੇ ਵੀ ਲਾਉਂਦੇ ਨੇ। ਤੇ ਇਹਨਾਂ ਦੀ ਗਾਂ ਨੂੰ ਹੋਇਆ ਸਰਨ ਹੋਈਏ, ਅੱਛਾ, ਜਿਹੜੀਆਂ ਲੱਤਾਂ ਖਿੱਚ ਕਰਦੀਆਂ ਨੇ, ਪੱਠਾ ਖਿੱਚ ਕਰਦਾ। ਠੀਕ। ਉਹਦਾ ਇਹਨਾਂ ਡਾਕਟਰਾਂ ਕੋਲ ਵੀ ਇਲਾਜ ਕਰਾਇਆ ਤੇ ਦੇਸੀ ਟੋਟਕੇ ਲਾਏ ਨੇ ਨਾ ਜੀ। ਮੈਂ ਮਸਾਲਾ ਬਣਵਾਇਆ ਜੀ, ਵਜ਼ੀਰਾਬਾਦ ਦਾ ਬੰਦਾ। ਉਹਦੇ ਕੋਲ ਰੁਪਈਆ 1200 ਉਹਨੂੰ ਦਿੱਤਾ ਤੇ ਦਵਾਈ ਉਹਦੇ ਕੋਲ ਬਣਵਾਈ। ਮਸਾਲਾ ਦੇ ਰਿਹਾ। ਉਹਦਾ ਅੱਲਾ ਦਾ ਫਜ਼ਲ ਹੈ, ਬੜਾ ਹੀ ਕਰਮ ਹੈ ਨੌਸ਼ੋ ਪਾਕ ਦਾ, ਉਸ ਤੋਂ ਚਾਰ ਪਾਕ ਦੀ ਮਿਹਰਬਾਨੀ ਹੈ। ਔਰ ਮਦੀਨਾ ਸਰਕਾਰ ਦੇ ਸਦਕੇ ਬਿਲਕੁਲ ਅੱਗੇ ਨੂੰ ਰੁਪਈਏ 'ਚ ਪਾਠਾ ਨੇ ਫਰਕ। ਦੇਸੀ ਟੋਟਕੇ ਕੰਮ ਕਰਦੇ ਨੇ ਜੀ, ਕਰਦੇ ਨੇ। ਮਸਾਲੇ ਹੀ ਨੇ ਜੀ ਜੀ। ਅੱਛਾ, ਅਗਰ ਅਸੀਂ ਇੱਕ ਇੱਕ ਬਿਮਾਰੀ ਦਾ ਪੁੱਛੀਏ ਤੇ ਤੁਸੀਂ ਇੱਕ ਇੱਕ ਬਿਮਾਰੀ ਦਾ ਆਪਣਾ ਤਜਰਬਾ ਸ਼ੇਅਰ ਕਰਨਾ ਹੈ, ਸਾਨੂੰ ਇਲਾਜ ਦੱਸਣਾ ਹੈ। ਪਿੱਛੇ ਦੀ ਬਿਮਾਰੀ ਸਰ ਤੁਸੀਂ ਕਿਹਾ, ਉਹਦਾ ਇਲਾਜ? ਜੀ, ਪਿੱਛੇ ਦੀ ਬਿਮਾਰੀ ਦਾ ਇਲਾਜ ਹੈ ਜੀ। ਪਿੱਛਾ ਦੋ ਕਿਸਮ ਦਾ ਜੀ। ਗਰਮੀ ਨਾਲ ਵੀ ਹੁੰਦਾ, ਨੂੰ ਸਰਦੀ ਨਾਲ ਵੀ ਹੁੰਦਾ। ਠੀਕ। ਜਿਹੜਾ ਗਰਮੀ ਨਾਲ ਹੁੰਦਾ ਉਹਨੂੰ ਦੇਣਾ ਹੈ ਸੇਵੀਆਂ, ਰੰਬਾਲੀ ਸੇਵੀਆਂ ਨਹੀਂ ਹੁੰਦੀਆਂ ਖਾਣ ਵਾਲੇ ਬੰਦੇ ਦੇ ਜੀ। ਉਹ ਰੰਬਾਲੀ ਸੇਵੀਆਂ ਲੈ ਲੈਣੀਆਂ ਨੇ, ਇੱਕ ਪਾ। ਉਹਦੇ 8 ਕਿਲੋ ਪਾਣੀ ਪਾ ਲੈਣਾ। 8 ਕਿਲੋ ਪਾਣੀ ਜੀ। ਉਹਨੂੰ ਪਕਾਉਣਾ ਸ਼ੁਰੂ ਕਰ ਦੇਣਾ ਹੈ। ਜਿਵੇਂ ਉਹ ਪੱਕ ਜਾਏ, ਕਸਟਰਡ ਹਾਰ ਹੋ ਜਾਏ। ਠੀਕ। ਆਮ ਬੁੜੀਆਂ ਨਹੀਂ ਕਸਟਰਡ ਬਣਾਉਂਦੀਆਂ, ਹਾਂ ਕਸਟਰਡ ਹਾਰ ਕੋਲ ਜਾਏ। ਉਹਦੇ 2 ਕਿਲੋ ਦੁੱਧ ਪਾਣਾ, 3 ਪਾ ਸ਼ੱਕਰ ਪਾਣੀ। ਠੀਕ। ਉਹ ਦੇਣਾ इंशाअल्लाह अल्लाह दे सदके और गौस पाक दे सदके मदीने दे तफाल वो ठीक हो जाए। यानी कि मई टान हो जाएगी जी बिल्कुल। ते दूसरा पीछे गर्मी दा नोको से ओनू गर्मी दा जी ते ता सेवियां वाला, जे ओनू सर्दी दा ते फिर गुड़ देना। गुड़ किंज देना है? गुड़ जनाब देना है 1 पा तेल ले लेना। ठीक। जे ओनू बादी दा नुकस होवे, ठीक, 1 पा गुड़ ले लेना। हां तेल जी। ते गुड़ कितना? आधा किलो गुड़। आधा किलो गुड़ ਉਹਨੂੰ ਕਾੜ ਲੈਣਾ। ਤੇਲ ਗਰਮ ਹੋ ਗਿਆ ਵੀ ਗੁੜ ਸੜ ਲੈਣਾ। ਠੀਕ। ਉਹਨੂੰ ਪਿੰਨੀਆਂ ਬਣਾ ਕੇ ਜਾਂ ਉਹਦੇ ਅੱਗੇ ਰੱਖਿਆ ਪੀ ਦੇ ਵਿੱਚ ਉਹ ਟਨ ਹੋ ਜਾਏਗੀ। ਕਿੰਨੇ ਦਿਨ ਇਹ ਨੁਸਖੇ ਇਸਤੇਮਾਲ ਕਰਨੇ ਨੇ? 3 ਦਿਨ। ਕਿੰਜ ਪਤਾ ਲੱਗੇਗਾ ਕਿ ਮਈ ਪਿੱਛਾ ਗਰਮੀ ਦੀ ਵਜ੍ਹਾ ਨਾਲ ਮਾਰਦੀ ਹੈ ਜਾਂ ਸਰਦੀ ਦੀ ਵਜ੍ਹਾ ਨਾਲ? ਜਿਹੜੀ ਮੱਝ ਹਵਾ ਮਾਰਦੀ ਹੈ ਜੀ, ਉਹ ਬਾਈ ਬਾਦੀ ਦਾ ਜਿਹੜਾ ਪੱਦ ਮਾਰਦੀ। ਠੀਕ। ਜਿਹੜੀ ਮੱਝ ਜ਼ੋਰ ਦੰਦੀ ਹੈ, ਪੱਦ ਨਹੀਂ ਮਾਰਦੀ, ਉਹਨੂੰ ਗਰਮੀ ਦਾ ਨੁਕਸ। ਵੈਰੀ ਗੁੱਡ। अच्छा, अगर एक जानवर जोर नहीं छोड़ती है गाय या मझ, ਉਹਦਾ ਕੀ ਇਲਾਜ ਕਰਦੇ? ਉਹਦਾ ਇਲਾਜ ਪਹਿਲੇ ਗੱਲ ਤੇ ਕਿ ਉਹਦੇ ਕੰਡ ਵਿੱਚ ਤੇਲ ਮਾਰ ਕੇ ਉੱਤੇ ਲੂਣ ਬਰੂਰ ਕੇ, ਅੱਛਾ ਨਮਕ ਬਰੂਰ ਕੇ, ਔਰ ਉੱਤੇ ਕੋਈ ਕੱਪੜਾ ਛੱਪਾ ਪਾ ਲਓ, ਕੋਈ ਚੀਜ਼ ਪਾ ਲਓ। ਬਿਲਕੁਲ ਸਹੀ ਹੋ ਗਿਆ। ਮੈਸ਼ ਹੋਵੇ, ਸਹੀ ਹੋ ਗਿਆ, ਉਹ ਜੇਰ ਪਾ ਦੇਗੀ। ਆਖਰੀ ਉਹਦਾ ਇਲਾਜ, ਆਖਰੀ ਇਲਾਜ ਨਾ ਕਿਤੇ ਵਸ ਚੱਲੇ, ਨਾ ਜੇਰ ਪਵੇ, ਤੇ ਫਿਰ ਉਹਦਾ ਇਲਾਜ ਇਹ ਕਿ ਇਹ ਦੁੱਧ ਦਾ ਟੀਕਾ ਨਹੀਂ ਹੁੰਦਾ ਜੀ, ਇਹ ਆਖਰੀ ਉਹਦਾ। ਅੱਛਾ, ਇੱਕ ਜਿਓਰ ਹੁੰਦੀ ਹੈ ਜਿਹੜੀ ਨਿਕਲਦੀ ਹੀ ਨਹੀਂ, ਇੱਕ ਹੁੰਦੀ ਜਿਹੜੀ ਮੱਝ ਦੇ ਪੈਰ ਥਲੇ ਆ ਕੇ ਟੁੱਟ ਜਾਂਦੀ ਹੈ। ਦੋਵਾਂ ਦਾ ਵੱਖਰਾ ਵੱਖਰਾ ਇਲਾਜ ਦੱਸਿਓ। ਉਹ ਜਿਹੜੀ ਨਹੀਂ ਨਾ ਨਿਕਲਦੀ ਉਹਨੂੰ ਦੁੱਧ ਤੇ ਗੁਲਕੰਦ। ਠੀਕ ਹੈ। ਔਰ ਅਗਰ ਟੁੱਟ ਜਾਏ? ਜੀ, ਟੁੱਟ ਜਾਏ, ਜਿਹੜੀ ਨਹੀਂ ਨਿਕਲਦੀ ਉਹਨੂੰ ਦੁੱਧ ਤੇ ਗੁਲਕੰਦ ਦਿਓ। ਕਿੰਜ ਦੇਣੀ ਹੈ? ਕਿਹੜੀ ਮਿਕਦਾਰ ਵਿੱਚ? ਮਿਕਦਾਰ ਕੀ ਹੈ? ਗੁਲਕੰਦ ਕਿਹੜੀ ਮਿਕਦਾਰ ਵਿੱਚ ਦੁੱਧ ਤੇ ਗੁਲਕੰਦ ਦੇਣੀ ਹੈ? ਪਾ ਗੁਲਕੰਦ। ਠੀਕ। 2 ਕਿਲੋ ਦੁੱਧ। ਠੀਕ। ਇੱਕ ਖੁਰਾਕ ਹੈ, ਇੱਕ ਖੁਰਾਕ ਹੈ। ਹਾਂ। ਕਿੰਨੇ ਦਿਨ ਦੇਣਾ? 3 ਦਿਨ। 3 ਦਿਨ ਕਾਫੀ ਹੈ? 3 ਦਿਨ ਕਾਫੀ। ਠੀਕ ਹੋ ਗਿਆ। ਸਸਕੇ ਵੀ ਗੌਸ ਪਾਕ ਦੇ ਮਦੀਨਾ ਦੇ ਤਫਾਇਲ ਬਿਲਕੁਲ ਠੀਕ ਹੋ ਜਾਏ। ਦੁੱਧ ਵਧਾਉਣ ਦਾ ਕੋਈ ਨੁਸਖਾ ਹੈ ਤਾਂ ਦੱਸੋ। ਦੁੱਧ ਵਧਾਉਣ ਦਾ ਜਿਹੜਾ ਦੇਸੀ ਤਰੀਕਾ ਹੈ ਜੀ, ਉਹ ਜੀ ਜਵਾਂ ਦਾ ਵੰਡਾ, ਜਵਾਂ 2 ਕਿਲੋ ਜਵਾਂ ਤੇ 2 ਕਿਲੋ ਅਲਸੀ, 5 ਕਿਲੋ ਬਾਜਰਾ। ਇੱਕੋ ਦਿਨ ਤੇ ਨਹੀਂ ਪਾਣਾ? ਨਹੀਂ, ਇੱਕ ਦਿਨ 2 ਕਿਲੋ 2 ਕਿਲੋ ਪਾਣਾ। ਅੱਛਾ, ਇਹ ਖੁਰਾਕ ਉਹਦੀ ਹੋ ਗਈ। ਕਿੰਨੇ ਕਿ ਦਿਨ? 3 ਦਿਨ 4 ਦਿਨ ਪਾਓ। ਪਹਿਲੇ ਦਿਨ ਹੀ ਤੁਹਾਨੂੰ ਦੱਸ ਦੇਗੀ ਕਿ ਮੈਂ ਦੁੱਧੋਂ ਵਧੀ ਹਾਂ ਨਹੀਂ। ਸਰ, ਥਣਾ ਦੇ ਬੜੀਆਂ ਤਰ੍ਹਾਂ ਦੇ ਮਸਾਇਲ ਨੇ। ਥਣਾ ਦਾ ਕੋਈ ਮਸਲਾ ਹੋਏ, ਚੰਦਰੀ ਜ਼ਹਿਰ ਹੋਏ ਜਾਂ ਛਿਛਰਿਆਣ ਜਾਂ ਬਾਈਬਾਦੀ ਨਾਲ ਥਣ ਨੂੰ ਅਟੈਕ ਹੁੰਦਾ, ਇਹਦਾ ਇਲਾਜ ਕੀ ਹੈ?
ਮੈਂ ਤੇ ਨਿੰਮਕ ਨਮਕ। ਥਾਣਾ ਵਿੱਚੋਂ ਖੂਨ ਆਉਂਦਾ ਹੋਵੇ ਅੱਛਾ ਤੇ ਅੰਦਰੀ ਜ਼ਹਿਰ ਹੋ ਗਿਆ, ਖੂਨ ਆਉਂਦਾ ਹੋਵੇ ਥਾਣਾ ਚ, ਜੀ ਤੇ ਮੈਂ ਉਹ ਇਸਤੇਮਾਲ ਕਰਕੇ ਵੇਖਿਆ ਜੀ 8 ਕਿਲੋ ਦੁੱਧ 8 ਕਿਲੋ ਦੁੱਧ ਜੀ, ਠੀਕ 3 ਪਾ ਲੂਣ 3 ਪਾ ਲੂਣ ਜੀ, ਇਹ ਖਾਣੇ ਆਮ ਜੀ ਬਿਲਕੁਲ ਠੀਕ ਜੀ, ਇਹ 3 ਪਾ ਲੂਣ 8 ਕਿਲੋ ਦੁੱਧ, ਇਹਨੂੰ ਕਾੜਿਆ ਠੀਕ ਜਿਵੇਂ ਉਹਦਾ ਖੋਇਆ ਬਣ ਗਿਆ, ਉਹ ਦੇਣਾ ਇਹਨਾਂ ਨੂੰ ਤਕਰੀਬਨ ਕੋ ਅਟਾਕੀ ਠੀਕ ਉਹ ਸ਼ਾਮੀ ਪਾਣੀ ਦਾਣ ਦੇ ਪੱਠੇ ਪਾਉਣ ਦੇ ਬਾਅਦ ਉਹ ਦੇ ਕੇ ਫਿਰ ਉਹਨੂੰ ਪਾਣੀ ਨਹੀਂ ਪੱਠੇ ਨਹੀਂ ਪਾਣੀ ਪੱਠੇ ਕਿੰਨੇ ਕੁ ਦਿਨ ਕਰਨਾ ਹੈ ਕੰਮ? ਇੱਕ ਹਫਤਾ ਇੱਕ ਹਫਤਾ ਜੀ। ਅੱਛਾ ਜਾਨਵਰ ਦੀ ਬਾਈ ਦੂਰ ਕਰਨ ਦਾ ਵੀ ਕੋਈ ਤਰੀਕਾ ਹੈ ਜੀ? ਹਾਂ ਬੜੀ ਤਰੀਕੇ ਕੀ ਤਰੀਕਾ, ਕੋਈ ਤਰੀਕਾ ਦੱਸੋ। ਬਾਈ ਤਾਂ ਸਹੀ ਨਹੀਂ ਦਿੰਦੇ ਉਹ ਦੇਈਦਾ ਜੀ, ਗੰਢੇ ਹਰੀਆਂ ਮਿਰਚਾਂ ਵੀ ਦੇਈਦੀਆਂ ਨੇ, ਠੀਕ ਅਦਰਕ ਵਿੱਚ ਪਾ ਦਈਏ ਨਾ ਹੋਵੇ ਤੇ ਪਨੀਰ ਜੀ ਆ ਦੁਕਾਨਾਂ ਤੇ ਮਿਲ ਜਾਂਦਾ, ਜੀ ਠੀਕ ਪਨੀਰ, ਸਬਜ਼ ਮੋਟੀ ਇਲਾਚੀ, ਸੋਏ, ਜੀ ਕਾਲੀ ਜੀਰੀ, ਜੀ ਤੁਮਾ, ਵੈਰੀ ਗੁੱਡ ਅਕਸਨ, ਠੀਕ ਬੈਕੜ, ਅਨਬਲ, ਇਹਨਾਂ ਦਾ ਮਸਾਲਾ ਬਣਾਈਦਾ, ਲਾਲ ਮਿਰਚ ਜੀ ਜੀ, ਇਹਨਾਂ ਦਾ ਮਸਾਲਾ ਬਣਾ ਕੇ ਤਿਆਰ ਇਹ ਕਰ ਬਰਾਬਰ ਪੀਸਣੀਆਂ ਨੇ ਚੀਜ਼ਾਂ ਜੀ, ਬਰਾਬਰ ਤੇ ਕਿੰਨੀ ਕੁ ਦੇਰ ਬਾਅਦ ਦੇਣੀ ਚਾਹੀਦੀ ਹੈ ਚੀਜ਼, ਕਿਸ ਤਰ੍ਹਾਂ ਦੇਣਾ ਮਸਾਲਾ? ਇਹ ਰੰਨਣਾ ਠੀਕ ਵਿੱਚ ਮਸਾਲੇ ਢੇਰ ਸਾਰੇ ਕੋਈ 22-23 ਚੀਜ਼ਾਂ ਬਣ ਜਾਂਦੀਆਂ ਨੇ। ਕਾਫੀ ਸਾਰੀਆਂ ਪਾਈਆ ਰੋਜ਼ ਦਾ ਦੇਣ ਕਰਨਾ ਨਹੀਂ ਅੱਧਾ ਅੱਛਾ ਪਾਈਆ ਦਾ ਕਲੇਜਾ ਪਾੜ ਐਨੀ ਮਕਦਾਰ ਹੈ ਇਹ, ਅੱਛਾ ਜ਼ਿਆਦਾ ਤਾਂ ਕਲੇਜਾ ਪਾੜ ਦੇ। ਅਗਰ ਜਾਨਵਰ ਨੂੰ ਮੂੰਹ ਖੋਰ ਹੋਈਏ ਤਾਂ ਮੂੰਹ ਖਰਾਬ ਹੋਈਏ ਹਾਂ ਜੀ, ਉਹਨੂੰ ਕਣਕ ਦੀ ਰੋਟੀ ਕੱਚੀ ਪੱਕੀ ਕਰਕੇ ਉਹਦਾ ਧਿਰਗੜ ਬਣਾ ਕੇ ਦੇ ਪਾਣੀ 'ਚ ਭੇਕ ਇਨਸ਼ਾਅੱਲਾ ਉਹ ਵੀ ਠੀਕ। ਇੱਕ ਜਾਨਵਰ ਮੱਝ ਜਾਂ ਗਾਂ ਸੂਣ ਵਾਲੀ ਹੈ, ਸੂਣ ਤੋਂ ਪਹਿਲੇ ਕਿਹੜੀ ਇਖਤਿਆਤ ਕਰੀਏ ਔਰ ਕਿਹੜੀਆਂ ਚੀਜ਼ਾਂ ਦਈਏ ਤਾਂ ਕਿ ਉਹਦਾ ਸੂਆ ਵੀ ਠੀਕ ਹੋਈਏ, ਸੂਆ ਆਰਾਮ ਨਾਲ ਹੋਈਏ, ਪਲੱਸ ਉਹਦਾ ਜਿਉਰ ਜਿਹੜਾ ਉਹਦਾ ਮਾਮਲਾ ਨਾ ਹੋਏ ਜਾਂ ਉਂਝ ਨੂੰ ਸਰਦੀ ਗਰਮੀ ਨਾ ਲੱਗੇ? ਹਾਂਜੀ, ਆ ਜਿਹੜਾ ਤੁਸੀਂ ਸਵਾਲ ਕੀਤਾ ਵੀ ਜਿਹੜਾ ਡੰਗਰ ਸੂਣ ਵਾਲਾ ਉਹਦਾ ਸੂਣ ਤੋਂ ਪਹਿਲਾਂ ਉਹਨੂੰ ਕੀ ਕੀ ਚੀਜ਼ਾਂ ਦਈਏ ਉਹਦਾ ਕਿ ਉਹਨੂੰ ਮੁਸ਼ਕਲ ਨਾ ਆਏ, ਜੇਰ ਵੀ ਛੋਟੇ ਛੋਟੇ ਬਹਾਨੇ ਸ਼ਾਨੇ ਨੂੰ ਕੋਈ ਮਸਲਾ ਨਾ ਬਣੇ। ਉਹਨੂੰ ਜਨਾਬ ਪਾਈਆ ਘਿਓ ਰੋਜ਼ ਦੇਸੀ, ਉਹਦੇ 'ਚ ਇੰਨਾ ਚੁਟਕਾ ਜਿਹੜਾ ਨਾ ਕਾਲੀਆਂ ਮਿਰਚਾਂ ਦਾ, ਇਹ ਪੀ ਕੇ ਤੇ ਰੋਜ਼ ਇੱਕ ਦਿਨ ਨਾਗਾ ਪਾ ਕੇ ਰੋਜ਼ ਪਾਈਆ ਦੀ 2 ਕਿਲੋ ਘਿਓ ਦੇ ਛੜੀ ਤੇ ਇਨਸ਼ਾਅੱਲਾ ਕੋਈ ਇਹੋ ਜਿਹਾ ਫਾਲਟ ਨਹੀਂ ਹੋਣ ਲੱਗਾ, ਨਾ ਬਹਾਨੇ ਨੂੰ ਤੇ ਨਾ ਕੋਈ ਜ਼ੋਰ ਸ਼ੋਰ ਅੜਦੀ ਹੈ ਜੇ ਡੰਗਰ ਤਾਰ ਹੋ ਜਾਂਦੇ ਨੇ ਉਹਨੂੰ, ਆ ਖੁਸ਼ਕੀ ਨਹੀਂ ਰਹਿੰਦੀ, ਡੰਗਰ ਸੂੰਦਾ ਵੀ ਬੜਾ ਠੀਕ ਹੈ ਤੇ ਬਹਾਨਾ ਸ਼ਾਨਾ ਵੀ ਖੁੱਲ ਜਾਂਦਾ। ਅੱਛਾ ਸਰ, ਇਹ ਵੀ ਦੱਸੋ ਕਿ ਮੱਝ ਨੂੰ ਅਫਾਰਾ ਹੋ ਜੇ ਜਾਂ ਫੁੜਕ ਜੇ ਜਿਹਨੂੰ ਕਹਿੰਦੇ ਆ, ਆਹੋ ਉਹਦਾ ਕੀ ਤਰੀਕਾ ਅਫਰਾ ਹੁੰਦਾ ਜਿਹੜਾ। ਹਾਂ ਅਫਰਾ, ਉਹਦਾ ਅਫਾਰੇ ਦਾ ਕੀ ਇਲਾਜ ਕਰਦੇ ਹੋ? ਉਹਨੂੰ ਕਾਰਬੀਨ ਦਾ ਜਿਹੜਾ ਨਾ ਤੇਲ ਦੇਈਦਾ, ਕਾਰਬੀਨ ਦਾ ਤੇਲ ਕਾਰਬੀਨ ਦਾ ਤੇਲ ਵੀ ਨਾਲ ਲੱਭੇ, ਜੀ ਡੀਜ਼ਲ ਜਾਂ ਮਿੱਟੀ ਦਾ ਤੇਲ ਨਾਸਾਂ ਲਾਈਏ। ਹੋਰ ਉਹਦੀ ਨਾਸਾਂ ਨਾ ਲਾਓ, ਠੀਕ ਨਹੀਂ ਤੇ ਚਾਰ ਦੇ ਦਿਓ, ਜੀ ਚਾਰ ਵੀ ਨਾ ਲੱਭੇ, ਮਜ਼ੂਦਾ ਨਾ ਹੋਣ, ਲੱਸੀ ਦਿਓ। ਵੈਰੀ ਗੁੱਡ ਤੇ ਇਹ ਛਟਾਲਾ ਸਾਬਤ ਪਾਉਣ ਤੋਂ ਪਹਿਲੇ ਜਿਹੜਾ ਨਾ ਉਹ ਗਾਂ ਜਾਂ ਮੱਝ ਉਹਨੂੰ ਤੇਲ ਜਿਹੜਾ ਨਾ ਦੇਸੀ ਸਰੋਂ ਦਾ ਤੇਲ ਲਾਜ਼ਮੀ ਦਿਓ। ਫਿਰ ਫਰਾ ਨਹੀਂ ਹੁੰਦਾ, ਫਿਰ ਜਿਹੜੇ ਫਰਾ ਡੰਗਰ ਨੂੰ ਐ ਹੁਣੇ ਦਿਨ ਆ ਗਏ ਨੇ ਸਰੋਂ ਦਾ ਤੇਲ ਦਈਏ ਨਾ ਪਾਈਆ ਰੋਜ਼ ਦਾ ਦੂਜੇ ਤੀਜੇ ਦਿਨ ਦਿੰਦੇ ਆ ਹਾਂਜੀ ਹਾਂਜੀ। ਤੇ ਸਾਬ ਦੇ ਪੱਠੇ ਪਾਈਏ ਤੇ ਕੋਈ ਮਸਲਾ ਨਹੀਂ ਹੁੰਦਾ, ਫਰਾ ਨਹੀਂ ਹੁੰਦਾ। ਸਰ ਜਾਨਵਰ ਪੱਠੇ ਖਾਣਾ ਛੱਡ ਦੇ, ਪੱਠੇ ਨਾ ਖਾਏ ਤੇ ਕੀ ਕਰਨਾ ਚਾਹੀਦਾ? ਉਹਨੂੰ ਪਿਆਜ਼ ਜੀ ਤੇ ਜਿਹੜੇ ਨਾ ਨਮਕ, ਤੇ ਹਰੀ ਮਿਰਚ ਵਿੱਚ ਗੁੜ ਪਾ ਲਿਓ। ਇਹ ਇੱਕ ਮੱਝ ਨੂੰ ਜਿਹੜੇ ਨਾ ਕੰਮ ਦੇ ਕੰਮ 1 ਕਿਲੋ ਜਿਹੜਾ ਨਾ ਪਿਆਜ਼ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਮਿਲਾ ਕਿਲੋ ਵਜਨ। ਹਾਂਜੀ, ਕਿਲੋ ਵਜ਼ਨ ਬਣ ਜਾਏ। ਨਹੀਂ ਇਹ ਜਿਹੜੇ ਠੰਡ ਲੱਗ ਜਾਂਦੀ, ਕਿਸੇ ਨੇ ਕਹਿੰਦਾ ਮੱਝ ਅੱਜ ਪੱਠੇ ਨਹੀਂ ਖਾਂਦੀ ਵੀ ਉਹਨੂੰ 5 ਗ੍ਰਾਮ ਦਾ ਟੀਕਾ ਲਾਣੇ ਆ ਤੇ ਫਟਾਫਟ ਸਿੱਧੀ ਹੋ ਜਾਂਦੀ। ਠੀਕ ਹੋ ਜਾਂਦੀ ਤੇ ਇਹ ਜਿਹੜਾ ਇਹਨਾਂ ਨੁਕਸਾ ਦੱਸਿਆ ਵੀ ਠੀਕ ਹੈ ਤੇ 5 ਗ੍ਰਾਮ ਦਾ ਟੀਕਾ ਵੀ ਅਸੀਂ ਲਾਣੇ ਆ, ਫਿਰ ਵੀ ਡੰਗਰ ਪੱਠੇ ਖਾਣ ਲੱਗ ਪੈਂਦਾ। ਠੰਡਾ ਜਿਹੜੇ ਨਾ ਹਾਜ਼ਮਾ ਬੜਾ ਕਰਦਾ, ਤੇ ਬੰਦਾ ਵੀ ਖਾ ਲਵੇ ਤੇ ਹਾਜ਼ਮਾ ਜਿਹੜਾ ਨਾ ਹੋ ਜਾਂਦਾ। ਜੇ ਡੰਗਰ ਨੂੰ ਵੀ ਦਿਓ ਤੇ ਬੜਾ ਦੁੱਧ ਦਾ ਬੜਾ ਜਿਹੜਾ ਜੇ ਜਿੰਨਾ ਹੋ ਜਾਂਦਾ ਕੰਮ। ਅੱਛਾ ਚਾਚੂ ਜੀ, ਵੰਡਾ ਕਿਹੜਾ ਸਭ ਤੋਂ ਅੱਛਾ ਰਹੇਗਾ? ਵੰਡੇ 'ਚ ਕਿਹੜੀ ਸ਼ੈ ਰੱਖੀਏ ਤਾਂ ਕਿ ਜਾਨਵਰ ਸੈੱਟ ਰਹੇ ਔਰ ਦੁੱਧ ਵੀ ਠੀਕ ਦੇ? ਬੰਡਾ ਜੀ ਸਭ ਤੋਂ ਜ਼ਿਆਦਾ ਜਿਹੜੇ ਨੇ ਮੁਖਤਲਿਫ ਕਿਸਮ ਦੇ ਵੱਡੇ ਪਾਣੇ ਨਹੀਂ ਚਾਹੀਦੇ। ਅੱਛਾ। ਇਹਨਾਂ ਇੱਕ ਜਾਨਵਰਾਂ ਨੂੰ ਬਿਮਾਰੀ ਬੜੀ ਲੱਗ ਜਾਂਦੀ ਹੈ, ਹੂੰ। ਥਣ ਖਰਾਬ ਹੋ ਜਾਂਦੇ ਨੇ, ਫਿਰ ਸੁੰਦੇ ਬੜੇ ਲੇਟ ਨੇ। ਸਭ ਤੋਂ ਅੱਛੀ ਜਿਹੜੀ ਨਾ ਖਲ ਅੱਛਾ ਜੀ, ਖਲ ਵੜੇਵਿਆਂ ਦੀ ਵੜੇਵਿਆਂ ਦੀ ਖਲ ਪਾਓ। ਹੁਣ ਬੰਡੇ ਤੁਹਾਨੂੰ 101 ਵੱਡਾ ਨਿਕਲ ਗਿਆ। ਹਾਂਜੀ ਹਾਂਜੀ, ਤੇ ਅਸੀਂ ਤੇ ਉਹ ਦੂਸਰਾ ਇਸਤੇਮਾਲ ਕਰਨੇ ਆ ਐਚਡੀ ਜਿਹੜਾ ਨਾ ਆਸਟ੍ਰੇਲੀਆ ਜੀ। ਇਹ ਜਿਹੜਾ ਬਾਜ਼ਾਰੀ ਵੰਡਾ ਹੈ ਉਹ ਤੁਹਾਡੀ ਨਜ਼ਰ 'ਚ ਉਹਦੀ ਕੀ ਸ਼ਾਨ ਹੈ? ਇਹ ਦੂਸਰਾ ਕੀ ਨਾ ਜੀ ਉਹਦਾ ਐਚਡੀ ਜਿਹੜਾ ਨਾ ਵੰਡਾ ਆ ਜਿਹੜਾ ਆਸਟ੍ਰੇਲੀਆ ਵਾਲਾ ਵੰਡਾ ਉਹਨੇ ਐਚਡੀ ਵੀ ਬਣਾਇਆ, ਹਾਂਜੀ। ਉਹਦੇ ਚ ਦੂਜੇ ਨਾਲੋਂ ਫਰਕ ਹੈ ਬੜਾ। ਯਾਨੀ ਕਿ ਤੁਹਾਡੀ ਨਜ਼ਰ ਦੇ ਵਿੱਚ ਉਹ ਅੱਛਾ ਹੈ ਜਾਂ ਬੁਰਾ ਹੈ? ਅੱਛਾ ਠੀਕ ਹੋ ਗਿਆ। ਕੁਝ ਲੋਕਾਂ ਦੇ ਨੇ ਕਿ ਬਾਜ਼ਾਰੀ ਵੰਡਾ ਬਿਲਕੁਲ ਨਹੀਂ ਠੀਕ, ਡੰਗਰ ਖਰਾਬ ਕਰ ਸਾਰਾ ਛੱਡਦਾ। ਨਹੀਂ ਠੀਕ, ਪਰ ਇਹ ਹੁਣ ਅਸੀਂ ਸਾਰਾ ਇਸਤੇਮਾਲ ਪੇ ਕਰਨੇ ਆ ਤੇ ਨਾਲ ਉਹ ਗੰਡੇ
ਤੇ ਨਾਲ ਆ ਜਿਹੜਾ ਮਸਾਲਾ ਦੱਸਿਆ ਇਹਨਾਂ ਨੇ, ਇਹ ਨਾਲ ਦੇ ਹਰੀਆਂ ਮਿਰਚਾਂ ਵਿੱਚ ਦੇ ਲੀਆਂ, ਲੂਣ ਇਹ ਦਿੰਦੇ ਆ, ਤੇ ਨਾਲ ਇਹ ਵੰਡਾ ਤੇ HD ਪਾਉਂਦੇ ਆ, ਇਹਦਾ ਰਿਜ਼ਲਟ ਅੱਛਾ ਹੈ। ਅੱਛਾ, ਹੁਣ ਮਾਸ਼ਾਅੱਲਾ ਤੁਸੀਂ 3 ਬਜ਼ੁਰਗ ਹੋ, ਸਾਡੇ ਕੈਮਰਿਆਂ 'ਚ ਨਜ਼ਰ ਆ ਰਹੇ ਹੋ। ਆਖਰੀ ਗੱਲ ਦੱਸਿਓ ਕਿ ਕਿਹੜਾ ਮਸਾਲਾ ਦਿੰਦੇ ਜਾਈਏ ਕਿ ਜਾਨਵਰ ਉਹਨੂੰ ਬਿਮਾਰੀ ਨਾ ਹੋਏ, ਖਰਾਬੀ ਨਾ ਹੋਏ? ਕਿਹੜੀਆਂ ਚੀਜ਼ਾਂ ਉਹਨੂੰ ਲਗਾਤਾਰ ਹਫਤੇ ਬਾਅਦ, ਮਹੀਨੇ ਬਾਅਦ ਦਿੰਦੇ ਜਾਈਏ? ਤੁਸੀਂ ਇਹ ਦੋਵੇਂ ਬੰਦੇ ਸਿਆਣੇ। ਪਿਆਜ਼ ਦਿਓ ਜੀ ਸਭ ਤੋਂ ਜ਼ਿਆਦਾ। ਪਿਆਜ਼ ਕਦੋਂ ਦਈਏ ਤਾਂ ਕਿ ਡੰਗਰ ਨੂੰ ਕੋਈ ਹਫ਼ਤੇ ਮਸਲਾ ਬਾਅਦ ਦੇ ਦਿਓ, ਇੱਕ ਡੰਗਰ ਨੂੰ 1 ਕਿਲੋ ਪਿਆਜ਼ ਦੇਣਾ ਚਾਹੀਦਾ ਹਫਤੇ ਬਾਅਦ, ਹਫ਼ਤੇ ਬਾਅਦ। ਫਿਰ ਉਹਨੂੰ ਕੋਈ ਬਿਮਾਰੀ ਨਹੀਂ ਲੱਗੇਗੀ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਕੋਈ ਬਿਮਾਰੀ ਨਹੀਂ ਲੱਗੇਗੀ। ਬਹੁਤ ਸ਼ੁਕਰੀਆ ਜੀ ਬਜ਼ੁਰਗੋ, ਤੁਸੀਂ ਸਾਰੇ ਬਜ਼ੁਰਗਾਂ ਦਾ ਜੀ ਇਕੱਠਾ ਹੀ ਅਸੀਂ ਸ਼ੁਕਰੀਆ ਅਦਾ ਕਰਨੇ ਆ ਔਰ ਸਲਾਮ ਪੇਸ਼ ਕਰਨੇ ਆ ਸਾਹਮਣੇ।